हेलो स्टूडेंट्स, वेलकम टू केमिस्ट्री रियल। बेटा आज ਦਾ ਆਪਣਾ ਟੌਪਿਕ ਹੈ ਕਿ ਲੂਇਸ ਸਿੰਬਲਸ ਕੀ ਹੁੰਦੇ हैं, ਉਹਨਾਂ ਦਾ ਕੀ ਸਿਗਨੀਫੀਕੈਂਸ ਹੈ ਤੇ ਲੂਇਸ ਸਟਰਕਚਰਸ ਆਪਾਂ ਕਿਵੇਂ ਲਿਖਨੇ ਆ। ਲੂਇਸ ਨਾਮ ਦੇ ਸਾਇੰਟਿਸਟ ਨੇ ਸਭ ਤੋਂ ਪਹਿਲਾਂ ਐਟਮ ਨੂੰ ਕੁਝ ਇਸ ਤਰੀਕੇ ਨਾਲ ਦੇਖਿਆ ਕਿ ਜਿਵੇਂ ਫਰੂਟ ਦਾ ਛਿਲਕਾ ਉਹਦੇ ਗੁੱਦੇ ਨੂੰ ਬਚਾ ਕੇ ਰੱਖਦਾ ਹੈ, ਫਰੂਟ ਦਾ ਜਿਹੜਾ ਛਿਲਕਾ ਬਾਹਰ ਵਾਲਾ ਕਵਰ ਹੈ ਉਹਦੇ ਗੁੱਦੇ ਨੂੰ ਬਚਾ ਕੇ ਰੱਖਦਾ ਹੈ, ਬਿਲਕੁਲ ਉਸੇ ਤਰੀਕੇ ਨਾਲ ਹੀ ਐਟਮ ਦੇ ਵਿੱਚ ਜਿਹੜਾ ਵੈਲੈਂਸ ਸ਼ੈਲ ਹੈ ਉਹ ਕਰਨਲ ਨੂੰ ਪ੍ਰੋਟੈਕਟ ਕਰਕੇ ਰੱਖਦਾ ਹੈ। ਕਰਨਲ ਦਾ ਕੀ ਮਤਲਬ ਹੈ? ਜਿਵੇਂ ਨਿਊਕਲੀਅਸ ਤੇ ਇਹਦੇ ਆਲੇ ਦੁਆਲੇ ਜਿਹੜੇ ਇਲੈਕਟ੍ਰॉन्स ਹੈ, ਇਨਰ ਇਲੈਕਟ੍ਰॉन, ਬਾਹਰ ਵਾਲਾ ਸ਼ੈਲ ਵੈਲੈਂਸ ਸ਼ੈਲ ਉਹ ਕਰਨਲ ਨੂੰ ਬਚਾ ਕੇ ਰੱਖਦਾ ਹੈ। ਨਿਊਕਲੀਅਸ ਪਲੱਸ ਇਨਰ ਇਲੈਕਟ੍ਰॉन्स ਨੂੰ ਕਿਹਾ ਜਾਂਦਾ ਹੈ ਕਰਨਲ। ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਰਨਲ ਨੂੰ ਐਟਮ ਦੇ ਸਿੰਬਲ ਦੇ ਨਾਲ ਰਿਪਰੈਜ਼ੈਂਟ ਕਰ ਦਈਏ ਤੇ ਜਿੰਨੇ ਵੈਲੈਂਸ ਇਲੈਕਟ੍ਰॉन्स ਹੈ ਉਹਨੇ ਆਪਾਂ ਡਾਟਸ ਲਗਾ ਦਈਏ ਤਾਂ ਇਹਨੂੰ ਆਪਾਂ ਕਵਾਂਗੇ ਲੂਇਸ ਸਿੰਬਲ। ਜਿਵੇਂ ਲਿਥੀਅਮ ਦੇ ਕੇਸ ਚ ਆਪਾਂ ਗੱਲ ਕਰੀਏ, ਲਿਥੀਅਮ ਦੀ ਕਨਫਿਗਰੇਸ਼ਨ 1s2 2s1, ਬਾਹਰ ਵਾਲਾ ਸ਼ੈਲ ਸੈਕੰਡ ਸ਼ੈਲ ਹੈ। ਸੈਕੰਡ ਸ਼ੈਲ ਦੇ ਵਿੱਚ ਕੇਵਲ ਇੱਕ ਇਲੈਕਟ੍ਰॉन ਹੈ, ਵੈਲੈਂਸ ਇਲੈਕਟ੍ਰॉन ਇਜ਼ 1। ਤਾਂ ਆਪਾਂ ਕੀ ਕੀਤਾ, ਲਿਥੀਅਮ ਦਾ ਸਿੰਬਲ ਲਿਖ ਦਿੱਤਾ ਤੇ ਇਹਦੇ ਉੱਤੇ ਇੱਕ ਡਾਟ ਪਾ ਦਿੱਤਾ। ਹੁਣ ਬੈਰੀਲੀਅਮ ਦੇ ਕੇਸ ਚ ਦੇਖੋ, ਬਾਹਰ ਵਾਲੇ ਸ਼ੈਲ ਚ ਦੋ ਇਲੈਕਟ੍ਰॉन्स ਹੈ, ਦੋ ਵੈਲੈਂਸ ਇਲੈਕਟ੍ਰॉन ਹੈ, ਬੈਰੀਲੀਅਮ ਦਾ ਸਿੰਬਲ ਲਿਖਤਾ ਤੇ ਇਹਦੇ ਆਲੇ ਦੁਆਲੇ ਆਪਾਂ ਦੋ ਡਾਟਸ ਲਗਾਤੇ। ਦੋ ਡਾਟਸ ਕੀ ਰਿਪਰੈਜ਼ੈਂਟ ਕਰ ਰਹੇ ਹੈ? ਬੈਰੀਲੀਅਮ ਦੇ ਵੈਲੈਂਸ ਇਲੈਕਟ੍ਰॉन्स ਦੀ ਗਿਣਤੀ, ਦੋ ਇਲੈਕਟ੍ਰॉन ਹੈ। ਸਿਮਿਲਰਲੀ ਬੋਰੋਨ ਦੇ ਵਿੱਚ ਬੇਟਾ ਤਿੰਨ ਵੈਲੈਂਸ ਇਲੈਕਟ੍ਰॉन्स ਹੈ ਤਾਂ ਤਿੰਨ ਡਾਟਸ ਬੋਰੋਨ ਦੇ ਸਿੰਬਲ ਦੇ ਅੱਗੇ ਲਗਾ ਦਿੱਤੇ। ਸੋ ਕਾਰਬਨ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਕਾਰਬਨ ਦੇ ਵਿੱਚ ਚਾਰ ਵੈਲੈਂਸ ਇਲੈਕਟ੍ਰॉन्स ਹੁੰਦੇ ਆ, ਆਪਾਂ ਕਾਰਬਨ ਦੇ ਸਿੰਬਲ C ਦੇ ਆਲੇ ਦੁਆਲੇ ਚਾਰ ਡਾਟਸ ਲਗਾ ਦਿੱਤੇ। ਨਾਈਟ੍ਰੋਜਨ ਦੇ ਵਿੱਚ 5 ਇਲੈਕਟ੍ਰॉन्स ਹੁੰਦੇ ਆ ਬਾਹਰ ਵਾਲੇ ਸ਼ੈਲ ਦੇ ਵਿੱਚ, ਤਾਂ ਆਪਾਂ ਨਾਈਟ੍ਰੋਜਨ ਦੇ ਆਲੇ ਦੁਆਲੇ 5 ਡਾਟਸ ਬਣਾ ਦਿੱਤੇ। ਸੋ ਆਕਸੀਜਨ ਦੇ ਕੇਸ ਚ ਆਪਾਂ ਨੂੰ O ਦੇ ਅੱਗੇ ਅਰਾਊਂਡ ਆਪਾਂ 6 ਡਾਟਸ ਲਗਾਵਾਂਗੇ। ਸੋ ਇਹ 6 ਵੈਲੈਂਸ ਇਲੈਕਟ੍ਰॉन्स ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਸੋ ਇਸੇ ਤਰੀਕੇ ਨਾਲ ਫਲੋਰੀਨ ਦੇ ਆਲੇ ਦੁਆਲੇ 7 ਡਾਟਸ ਤੇ ਨਿਓਨ ਦੇ ਆਲੇ ਦੁਆਲੇ ਆਪਾਂ 8 ਡਾਟਸ ਲਗਾ ਦਾਂਗੇ ਤਾਂ ਇਹਨਾਂ ਨੂੰ ਆਪਾਂ ਕਵਾਂਗੇ ਲੂਇਸ ਸਿੰਬਲਸ। ਹੁਣ ਜਿਹੜੇ ਲੂਇਸ ਸਿੰਬਲਸ ਹੈ, ਕਿਉਂਕਿ ਆਪਾਂ ਇਲੈਕਟ੍ਰॉन्स ਨੂੰ ਡਾਟ ਦੀ ਸ਼ਕਲ ਦੇ ਵਿੱਚ ਰਿਪਰੈਜ਼ੈਂਟ ਕਰ ਰਹੇ ਹਾਂ, ਇਸ ਕਰਕੇ ਇਹਨਾਂ ਨੂੰ ਆਪਾਂ ਇਲੈਕਟ੍ਰॉन ਡਾਟ ਸਿੰਬਲਸ ਵੀ ਕਹਿ ਦਿੰਨੇ ਆ ਤੇ ਕਈ ਵਾਰੀ ਇਹਨਾਂ ਨੂੰ ਲੂਇਸ ਡਾਟ ਸਟਰਕਚਰਸ ਦਾ ਨਾਮ ਵੀ ਦਿੱਤਾ ਜਾਂਦਾ ਹੈ। ਨੈਕਸਟ ਇਜ਼ ਕਿ ਲੂਇਸ ਸਿੰਬਲਸ ਦਾ ਸਿਗਨੀਫੀਕੈਂਸ ਕੀ ਹੈ, ਸਾਨੂੰ ਕੀ ਇਨਫੋਰਮੇਸ਼ਨ ਮਿਲਦੀ ਹੈ ਲੂਇਸ ਸਿੰਬਲ ਤੋਂ? ਸਾਨੂੰ ਮੇਨਲੀ ਦੋ ਇਨਫੋਰਮੇਸ਼ਨਸ ਮਿਲਦੀਆਂ। ਪਹਿਲੀ ਹੈ ਕਿ ਸਾਨੂੰ ਟੋਟਲ ਨੰਬਰ ਆਫ ਵੈਲੈਂਸ ਇਲੈਕਟ੍ਰॉन ਪਤਾ ਲੱਗ ਜਾਂਦਾ ਹੈ ਸਿੰਬਲ ਦੇਖ ਕੇ ਹੀ। ਹੁਣ ਜਿਵੇਂ ਕਾਰਬਨ ਦੇ ਆਲੇ ਦੁਆਲੇ 4 ਡਾਟਸ ਹੈ, ਇਹ ਲੂਇਸ ਸਿੰਬਲ ਹੈ, ਆਪਾਂ ਨੂੰ ਸਿੰਬਲ ਦੇਖ ਕੇ ਹੀ ਪਤਾ ਲੱਗ ਗਿਆ ਕਿ ਇਸ ਐਟਮ ਦੇ ਵਿੱਚ 4 ਵੈਲੈਂਸ ਇਲੈਕਟ੍ਰॉन्स ਹੈ। ਦੂਸਰੀ ਚੀਜ਼, ਲੂਇਸ ਸਿੰਬਲ ਤੋਂ ਅਸੀਂ ਵੈਲੈਂਸੀ ਵੀ ਕੈਲਕੂਲੇਟ ਕਰ ਸਕਦੇ ਹਾਂ। ਕਿਵੇਂ? ਵੈਲੈਂਸੀ ਜਿਹੜੀ ਹੈ ਨਾ ਉਹ ਜਾਂ ਤਾਂ ਵੈਲੈਂਸ ਇਲੈਕਟ੍ਰॉन्स ਦੀ ਗਿਣਤੀ ਦੇ ਬਰਾਬਰ ਹੁੰਦੀ ਹੈ ਜਾਂ 8 ਦੇ ਵਿੱਚੋਂ ਵੈਲੈਂਸ ਇਲੈਕਟ੍ਰॉन्स ਦੀ ਗਿਣਤੀ ਨੂੰ ਘਟਾ ਦਿਓ। ਜਿਵੇਂ ਅਲਕਲੀ ਮੈਟਲਸ ਗਰੁੱਪ 1 ਦੇ ਕੇਸ ਚ ਲਿਥੀਅਮ, ਸੋਡੀਅਮ, ਪੋਟਾਸ਼ੀਅਮ 21 281 2881, ਇਹਨਾਂ ਸਾਰਿਆਂ ਦੇ ਬਾਹਰ ਵਾਲੇ ਸ਼ੈਲ ਚ ਇੱਕ ਇਲੈਕਟ੍ਰॉन ਹੈ, ਯਾਨੀ ਵੈਲੈਂਸ ਇਲੈਕਟ੍ਰॉन ਇਜ਼ 1। ਜੇ ਵੈਲੈਂਸ ਇਲੈਕਟ੍ਰॉन ਇੱਕ ਹੈ ਤਾਂ ਇਹਦੀ ਵੈਲੈਂਸੀ 1, ਮਤਲਬ ਜਿੰਨੇ ਵੈਲੈਂਸ ਇਲੈਕਟ੍ਰॉन ਹੈ ਉਨੀ ਹੀ ਵੈਲੈਂਸੀ, ਇਹਨੂੰ ਆਪਾਂ ਮੋਨੋਵੈਲੈਂਟ ਕਹਿੰਦਾ। ਹੁਣ ਇਸੇ ਤਰੀਕੇ ਨਾਲ ਅਲਕਲਾਈਨ ਅਰਥ ਮੈਟਲਸ ਦੀ ਗੱਲ ਕਰੀਏ, ਗਰੁੱਪ ਨੰਬਰ 2 ਬੈਰੀਲੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਇੱਥੇ ਬਾਹਰ ਵਾਲੇ ਸ਼ੈਲ ਚ ਸਾਰਿਆਂ ਦੇ 2 ਇਲੈਕਟ੍ਰॉन ਹੈ, ਸੋ ਵੈਲੈਂਸੀ ਇਜ਼ 2। ਜਿੰਨੇ ਬਾਹਰ ਵਾਲੇ ਸ਼ੈਲ ਚ ਇਲੈਕਟ੍ਰॉन ਉਨੀ ਹੀ ਵੈਲੈਂਸੀ, ਡਾਈਵੈਲੈਂਟ ਕਹਤਾ ਆਪਾਂ। ਸਿਮਿਲਰਲੀ ਬੋਰੋਨ ਫੈਮਿਲੀ ਦੇ ਵਿੱਚ ਦੇਖਾਂਗੇ ਆਪਾਂ ਤਾਂ ਬਾਹਰ ਵਾਲੇ ਸ਼ੈਲ ਚ 3 ਇਲੈਕਟ੍ਰॉन ਹੈ, ਆਪਾਂ ਇਹਨਾਂ ਨੂੰ ਕਹਤਾ ਟ੍ਰਾਈਵੈਲੈਂਟ। ਹੁਣ 15ਵੇਂ 16ਵੇਂ 17ਵੇਂ ਗਰੁੱਪ ਚ ਕੀ ਹੁੰਦਾ ਹੈ ਕਿ ਬਾਹਰ ਵਾਲੇ ਸ਼ੈਲ ਚ 5 ਇਲੈਕਟ੍ਰॉन्स ਹੈ, ਸੋ ਇਹਨੂੰ ਆਪਾਂ 5 ਵੈਲੈਂਸੀ ਨਹੀਂ ਕਹਿਣੀ, ਆਪਾਂ ਇਹਦੀ 8 ਦੇ ਵਿੱਚੋਂ 5 ਮਾਈਨਸ ਕਰਕੇ ਬਾਕੀ ਬਚੇ 3, ਸੋ ਦਿਸ ਇਜ਼ ਟ੍ਰਾਈਵੈਲੈਂਟ। ਇਸੇ ਤਰੀਕੇ ਨਾਲ ਆਕਸੀਜਨ ਫੈਮਿਲੀ ਦੇ ਬਾਹਰ ਵਾਲੇ ਸ਼ੈਲ ਚ 6 ਇਲੈਕਟ੍ਰॉन ਹੁੰਦੇ ਹੈ, 8 ਦੇ ਵਿੱਚੋਂ 6 ਵੈਲੈਂਸ ਇਲੈਕਟ੍ਰॉन्स ਮਾਈਨਸ ਕਰ ਦੋ,
2 आ जाता है, सो ऑक्सीजन फैमिली इज डाइवेलेंट। हैलोजन फैमिली मतलब फ्लोरीन, क्लोरीन, ब्रोमीन, आयोडीन, इन्हां दे बाहर वाले शैल च 7 इलेक्ट्रॉन्स हुंदे हैं। सो 8 - 7 इज इक्वल टू 1, तो वैलेंसी 1 है, आपां इहनूं मोनोवेलेंट कवांगे। लुईस सिंबल तो सानू वैलेंसी पता लगदी है, वैलेंसी जेड़ी या तां वैलेंस इलेक्ट्रॉन्स की गिनती दे बराबर होएगी या 8 दे विचों वैलेंस इलेक्ट्रॉन्स जेड़े है उन्हों माइनस कर दिते जान तां वैलेंसी अपने कोले आ जाती है। नेक्स्ट चीज है बेटा कि लुईस स्ट्रक्चर्स ते कोवेलेंट बॉन्ड जेड़े है आपस च काफी इंटीग्रेटेडली रिलेटेड है। किवें रिलेटेड है? कोवेलेंट बॉन्ड किवें बनता है? बाय शेयरिंग ऑफ इलेक्ट्रॉन्स। इस आपां सारिआं नूं पता है कि जदों दो एटम आपस दे विच इलेक्ट्रॉन एक एक शेयर करते हैं तां इन्हां दे विच एक बॉन्ड डिवेलप हो जाता है जिन्हों आपां कहने हैं कोवेलेंट बॉन्ड। देखो बेटा इनू समझण दे लई आपां एक सिंपल जी एग्जांपल कंसीडर करते हैं। सपोज ए और बी दो ब्रदर्स हैं, तां ए कोले एक बॉल है रेड कलर दी, बी कोले एक बॉल है ब्लैक कलर दी। ते जे दोनों हो अपनी बॉल्स शेयर कर लेंदे हैं तां दोनों नूं ही रेड ते ब्लैक अवेलेबल होणगियां बॉल्स। सो इन्हां दोनों दी एसोसीएशन होगी, ये एक दूजे दे नाल बाइंडिंग फोर्स फील करनगे क्योंकि इन्हां कोले शेयरिंग करके बॉल्स की गिनती वध गई। सो एटम्स दे केस च की हुंदा है कि जदों ये अपने इलेक्ट्रॉन्स दी शेयरिंग करते हैं तां उस शेयरिंग दे नाल इन्हां दे बाहर वाले शैल दा 8 इलेक्ट्रॉन पूरा करन दा टारगेट मतलब ऑक्टेट पूरा करन दे टारगेट नूं ये अचीव कर लेंदे हैं। इन्हां दे विच बाइंडिंग डिवेलप हो जाएगी। जे एक एक इलेक्ट्रॉन कंट्रीब्यूट किया है तो सिंगल बॉन्ड बनेगा। जे 2 इलेक्ट्रॉन ए ने और 2 ही बी ने कंट्रीब्यूट किए हैं तो डबल बॉन्ड आ जाएगा। मतलब ये है कहना कि जिथे आपां नूं एक बॉन्ड दिखाई दे रहा है एक्चुअली ये बॉन्ड एक इलेक्ट्रॉन पेयर नूं रिप्रेजेंट कर रहे हैं। 2 बॉन्ड मल्टीपल बॉन्ड कह दिंने हैं, डबल बॉन्ड कह दिंने हैं, तां इत्थे 2 इलेक्ट्रॉन पेयर्स की शेयरिंग हो रही है। और ट्रिपल बॉन्ड के केस विच यस वेरी गुड, इत्थे 3 इलेक्ट्रॉन पेयर्स की शेयरिंग हो रही है। सो कोवेलेंट बॉन्ड दे विच 2 एटम इसलिए टुगेदर रहंदे हैं क्योंकि उन्होंने अपना ऑक्टेट पूरा किया है बाय शेयरिंग ऑफ इलेक्ट्रॉन्स। इन्ना मतलब ये होया कि जदों असी किसी कोवेलेंट मॉलिक्यूल नूं रिप्रेजेंट करना है तो जिहड़े इलेक्ट्रॉन डॉट स्ट्रक्चर्स है या लुईस स्ट्रक्चर्स है उन्हां नूं सानू ऑक्टेट रूल दी अकॉर्डेंस दे विच ही लिखना पएगा। मतलब इस तरीके नाल लुईस स्ट्रक्चर लिखने हैं कि कोवेलेंट बॉन्ड फॉर्मेशन नजर आवे ते हर एटम दा ऑक्टेट पूरा होवे। इत्थे मैनूं रिमाइंड करवाउण दी जरूरत तां नहीं लग रही पर फिर भी मैं करवा रही हूं बेटा कि ऑक्टेट रूल सारियां ते एप्लीकेबल हुंदा है सिवाय हाइड्रोजन ते, जिथे आपां कहने हैं कि हाइड्रोजन ने डुप्लेट पूरा करना है तो वो स्टेबलाइज हो जाएगी। ओके, लेट अस टेक नाउ वन एग्जांपल ऑफ वाटर। वाटर दे विच आपां नूं पता है 2 हाइड्रोजन एटम्स ते 1 ऑक्सीजन एटम कंबाइन करते हैं। आपां हाइड्रोजन दे उत्ते 1 डॉट पाता मतलब इस हाइड्रोजन कोले 1 वैलेंस इलेक्ट्रॉन है एंड सिमिलरली इस कोले भी 1 वैलेंस इलेक्ट्रॉन है। ऑक्सीजन दे आले दुआले देखो 1 2 3 4 5 6 डॉट्स लगाते मतलब ऑक्सीजन कोले 6 वैलेंस इलेक्ट्रॉन है। नाउ सी कि हाइड्रोजन जे ऑक्सीजन दे नाल एक एक इलेक्ट्रॉन इस तरीके दे नाल शेयर कर लैंदी है तो हाइड्रोजन दा डुप्लेट पूरा हो गया। बट व्हाट अबाउट ऑक्सीजन? काउंट करो 1 2 3 4 5 6 7 8। सो इस तरीके दे नाल जिहड़ा वाटर है वो बॉन्डिंग करता है ते ऑक्सीजन दे कोले 2 लोन पेयर बच गए। लोन पेयर का की मतलब है कि ऐसे इलेक्ट्रॉन्स जिहड़े प्रेजेंट तां वैलेंस शैल दे विच है पर उन्होंने बॉन्डिंग च भाग नहीं लिता होया, उन्हां नूं आपां कहने हैं लोन पेयर। सो व्हाट आर लोन पेयर्स? ऐसे इलेक्ट्रॉन जिहड़े वैलेंस शैल च मौजूद हैं पर उन्होंने बॉन्ड बनाने दे विच पार्टिसिपेट नहीं किया, उन्होंने आपां कहने हैं लोन पेयर। सो
इसे तरीके नाल एक होर एग्जाम्पल लैने आपां। ਇਹ एग्जाम्पल है अमोनीया दी, जिथे नाइट्रोजन ते 3 हाइड्रोजन एटम्स ਜਿਹੜੇ ਹੈ ਉਹ कंबाइन कर रहे हैं। नाइट्रोजन ਦੇ आले दुआले ਆਪਾਂ 5 डॉट्स बनाए हैं, इनका मतलब नाइट्रोजन ਦੇ ਵਿੱਚ 5 वैलेंस इलेक्ट्रॉन्स है ਤੇ हाइड्रोजन ਕੋਲੇ ਇੱਕ ਹੁੰਦਾ है वैलेंस इलेक्ट्रॉन। ਆਪਾਂ 3 एटम्स ਲੈ ਲਏ। नाउ सी कि नाइट्रोजन ਦੇ ਕੋਲੇ 1 2 3 4 5 है ਤੇ हाइड्रोजन ਕੋਲੇ ਇੱਕ ਇੱਕ अपना है। इन्हां ने हाइड्रोजन ने अपना डुपलेट पूरा करन दे लई शेयरिंग कर ली इस तरीके नाल। नाइट्रोजन कोले किन्ने हुए, हाइड्रोजन दे तां डुपलेट पूरे हो गए। नाइट्रोजन कोले किन्ने हुए 1 2 3 4 5 6 7 8। सो नाइट्रोजन दा भी तां ऑक्टेट पूरा हो गया ना। सो नाइट्रोजन दा तां ऑक्टेट पूरा होया। इस पूरे स्ट्रक्चर दे विच कैन यू सी 1 2 3 बॉन्ड पेयर है, ਇੱਥੇ ਇੱਕ ਇਲੈਕਟ੍ਰੋਨ ਪੇਅਰ ਹੈ, ਇੱਥੇ ਵੀ ਇੱਕ ਇਲੈਕਟ੍ਰੋਨ ਪੇਅਰ ਹੈ, ਇੱਥੇ ਵੀ ਇੱਕ ਇਲੈਕਟ੍ਰੋਨ ਪੇਅਰ। ਮਤਲਬ 6 ਇਲੈਕਟ੍ਰੋਨ ਜਿਹੜੇ ਹੈ ਉਹ 3 ਬੌਂਡ ਪੇਅਰਸ ਦੀ ਸ਼ਕਲ 'ਚ ਹੈ ਤੇ ਆਹ ਵਾਲਾ ਜਿਹੜਾ ਪੇਅਰ ਆਫ ਇਲੈਕਟ੍ਰੋਨਸ ਹੈ ਇਹਨੇ ਬੌਂਡਿੰਗ 'ਚ ਭਾਗ ਨਹੀਂ ਲਿੱਤਾ। ਸੋ ਦਿਸ ਇਜ਼ ਦ ਲੋਨ ਪੇਅਰ। ਸੋ ਇਸ ਸਟਰਕਚਰ ਦੇ ਵਿੱਚ 3 ਬੌਂਡ ਪੇਅਰ ਤੇ ਇੱਕ ਲੋਨ ਪੇਅਰ ਆਪਾਂ ਨੂੰ ਨਜ਼ਰ ਆ ਰਿਹਾ ਹੈ। बेटा हुण आपां अज दा मेन टॉपिक कि हाउ टू राइट लुईस स्ट्रक्चर्स इनू एक सिंपल तरीके दे विच स्टडी करना है। जिवें इत्थे तुहाडे सामने 5-6 रूल्स लिखे हुए हैं बेटा, इन्हां रूल्स नू पढ़न दी बजाय जे एक एक रूल तुहानू नाल नाल समझाया जाए तो बेटर रहेगा। सो पहला रूल है कि आपां स्ट्रक्चर दे विच कुल जिन्ने वैलेंस इलेक्ट्रॉन्स हैं उन्हां नू गिनना है। कटायन दे विच वैलेंस इलेक्ट्रॉन किवें गिनांगे आपां भी जिन्ना चार्ज है, जिन्ना पॉजिटिव चार्ज है उन्ने आपां इलेक्ट्रॉन्स टोटल दे विचों माइनस करने हैं। ते एनायंस दे केस च की होएगा कि जिन्ने वैलेंस इलेक्ट्रॉन है उन्हां दे विच एनायन दे नेगेटिव चार्ज दे बराबर दे इलेक्ट्रॉन्स आपां ऐड करांगे। देखो किवें, जिवें आपां गल कर रहे हैं CH4 दी, कार्बन दे कोले किन्ने वैलेंस इलेक्ट्रॉन्स हुंदे हैं? वेरी गुड, 4 वैलेंस इलेक्ट्रॉन्स है। हाइड्रोजन कोले किन्ने वैलेंस इलेक्ट्रॉन हुंदे हैं? 1। हाइड्रोजन किन्ने हैं? 4। सो आपां 1 नू 4 दे नाल मल्टीप्लाई कर दांगे। सो किन्ना बन गया टोटल? 4 + 4 इट बिकम्स इक्वल टू 8। सो मीथेन दे विच अपने कोले 8 वैलेंस इलेक्ट्रॉन्स हैं। जे आपां अमोनिया दी गल करिए, अमोनिया दा की फॉर्मूला हुंदा है NH3। सो नाइट्रोजन कोले किन्ने है? 5। हाइड्रोजन कोले 1 है तां आपां इनू 3 दे नाल मल्टीप्लाई करांगे क्योंकि 3 हाइड्रोजन एटम है। सो 5 + 3 किन्ना बन जाएगा? 8। हुण इसे तरीके दे नाल जे आपां इत्थे गल कर लईए अमोनियम आयन दी, सो दिस इज अ कटायन। नाइट्रोजन दे विच 5 वैलेंस इलेक्ट्रॉन है, हाइड्रोजन दे विच 1 वैलेंस इलेक्ट्रॉन हुंदा है तां किन्ने हाइड्रोजन एटम है? 4। तो इत्थे किन्ना बन जाएगा? 1 × 4 तां अपने कोले ये 9 इलेक्ट्रॉन आ गए। टोटल आपां 9 इलेक्ट्रॉन्स कवांगे? नो, क्योंकि ये कटायन है बेटा, इट हैज लॉस्ट 1 इलेक्ट्रॉन ताई इनदे कोले +1 चार्ज आया ना। सो अपने कोले टोटल वैलेंस इलेक्ट्रॉन जिन्ना कटायन दे उत्ते पॉजिटिव चार्ज हुंदा है ना उन्ना आपां इहदे चों माइनस कर देवांगे। सो हियर वी हैव 8 वैलेंस इलेक्ट्रॉन्स इन अमोनियम आयन। हुण जे आपां गल करिए अनायन दी, लाइक CO3 2 नेगेटिव। सो इस अनायन दे विच कार्बन दे विच किन्ने हुंदे है वैलेंस इलेक्ट्रॉन्स? 4। ऑक्सीजन दे विच हुंदे है 6। किन्ने ऑक्सीजन एटम है? किन्ने ऑक्सीजन एटम है? 3। सो 6 × 3 4 + 18 किन्ने बन गए? यस 22। हुण आपां की करांगे, ये अनायन है, जिन्ना चार्ज है ओना आपां उन्ने इलेक्ट्रॉन्स इहदे च ऐड करांगे। सो अपने कोले आगे कार्बोनेट दे विच 24 इलेक्ट्रॉन्स। सो आवर फर्स्ट स्टेप इज टू काउंट टोटल नंबर ऑफ वैलेंस इलेक्ट्रॉन्स।
वैलेंस इलैक्ट्रॉन्स काउंट करन दा इक्को तरीका है, जे तां न्यूट्रल मॉलिक्यूल है तां सारियां दियां जिन्ने टोटल नंबर ऑफ वैलेंस इलैक्ट्रॉन्स है उन्हां नूं ऐड कर लो। जे कटायन है तां जिन्ना ऐड करके आया उनदे विचों उन्ने इलैक्ट्रॉन माइनस कर दो, जिन्ना चार्ज है उन्ने इलैक्ट्रॉन्स माइनस कर दो, बाकी बच जाएंगे अपने कोले कुल वैलेंस इलैक्ट्रॉन। और जे अनयन है तां आपां की करांगे, जिन्ने वैलेंस इलैक्ट्रॉन आए उनदे च अनयन दे नेगेटिव चार्ज दे बराबर दे इलैक्ट्रॉन्स ऐड कर देवांगे, तां इस तरीके नाल अपने कोले टोटल नंबर ऑफ वैलेंस इलैक्ट्रॉन्स आ जाएंगे। हुण सेकंड रूल है कि वैलेंस इलैक्ट्रॉन गिनन दे बाद आपां ये डिसाइड करना है कि सेंट्रल एटम किनू बनाना है, केड़े मॉलिक्यूल दे विचों आपां केड़े एटम नू सेंट्रल एटम बनाना है। हुण आपां एक एग्जांपल ले लेने हैं H2SO4, या आपां कह दिन्ने हैं कार्बन डाइऑक्साइड, या आपां H3PO4, कुछ भी आपां ले ले। हुण ये ऐसा मॉलिक्यूल है जिथे 3 तरह के एटम है, सो केड़े एटम नू मैं सेंट्रल एटम लेना है। इहदे लई बेटे पहली चीज ये है कि जेड़ा एटम इन्हां तिन्नां दे विचों जेड़ा एटम घट गिनती च मौजूद है, हाइड्रोजन दे 2 एटम है, सल्फर दा 1 है ते ऑक्सीजन दे 4 है, घट गिनती च सल्फर है, सो जिंदे कोले लीस्ट नंबर ऑफ एटम्स है ना ओनू इहदे च देखो फास्फोरस है, इन्हां दोनां दे विचकार दे तुसीं देखो यस कार्बन दे कोले 1 है ते ऑक्सीजन दे 2 है, सो कार्बन विल एक्ट एज सेंट्रल एटम। वेरी गुड। दूसरा तरीका की है, या तो आप नंबर ऑफ एटम देख लेते हैं, जिन्हें कोले लीस्ट नंबर ऑफ एटम है उन्होंने आप सेंट्रल एटम चुन लिया। दूजा तरीका की है कि आप इलैक्ट्रोनेगेटिविटी कंपेयर करते हैं। इलैक्ट्रोनेगेटिविटी कंपेयर करने का मतलब ये है कि आप इन्हां सारियां दियां इलैक्ट्रोनेगेटिविटीज देखांगे, तो जिंदी इलैक्ट्रोनेगेटिविटी सब तो घट होएगी ओनू आपां सेंट्रल एटम चुनना है। लीस्ट इलैक्ट्रोनेगेटिव जेड़ा भी होएगा दैट विल एक्ट एज सेंट्रल एटम। और इत्थे गल याद रखनी है तुसी कि हाइड्रोजन एंड फ्लोरीन कदे भी सेंट्रल एटम दा रोल प्ले नहीं कर सकते। सो ये चीज नू दिमाग च रखना है कि जिथे भी किते हाइड्रोजन आ जाए ओनू कॉर्नर्स वाली पोजीशन देनी है, ठीक है। फ्लोरीन कदे भी सेंट्रल एटम दा काम नहीं करेगा। जदों आपां टोटल वैलेंस इलैक्ट्रॉन गिन ले ते आपां ये देख लिया भी किनू आपां सेंट्रल एटम बनाना है, तो आपां की करांगे सेंट्रल एटम दे आले दुआले बाकी एटम रख के आपां सिंगल बॉन्ड्स उन्हां दे विचकार ड्रॉ कर देवांगे। फॉर एग्जाम्पल आपां CCl4 कार्बन टेट्राक्लोराइड दी एग्जाम्पल लेने हैं। सो कार्बन टेट्राक्लोराइड दे विच पहला स्टेप की होएगा अपना कि आपां वैलेंस इलैक्ट्रॉन्स दी गिनती करनी है। कार्बन दे विच हुंदे 4, क्लोरीन दे कोले 7 हुंदे आ वैलेंस इलैक्ट्रॉन, 4 7 28, तां अपने कोले टोटल 32 वैलेंस इलैक्ट्रॉन्स आ गए। हुण आपां दूजा स्टेप की करना है, आपां सेंट्रल एटम चुनना है। मैं कार्बन नू सेंट्रल एटम चुन रही हूं। वेरी गुड। क्यों? सोच के देखो। यस, क्योंकि कार्बन गिनती विच 1 है, क्लोरीन 4 है, सो आई सिलेक्ट कार्बन एज द सेंट्रल एटम। हुण मैं की करूंगी कि इस कार्बन दे आले दुआले 4 क्लोरीन्स लगातियां, ठीक है। 32 इलैक्ट्रॉन्स नू मैं इन्हां दे पंजां दे विच इस तरीके नाल फिट करना है कि हर एक दा ऑक्टेट पूरा हो जाए। सो पहली चीज की क्या कि इन्हां चारों एटम्स नू आपां सेंट्रल एटम दे नाल सिंगल बॉन्ड दे विच आपां जोड़ देना है। मतलब ये होया कि इत्थे एक बॉन्ड पेयर, इत्थे एक बॉन्ड पेयर, इत्थे एक बॉन्ड पेयर, इत्थे एक बॉन्ड पेयर। सो 32 दे विचों 8 इलैक्ट्रॉन्स ता बॉन्ड पेयर्स दे विच इस्तेमाल हो गए। 32 दे विचों 8 इलैक्ट्रॉन इस्तेमाल हो गए। पिछे किन्ने इलैक्ट्रॉन बचे? यस, 24 इलैक्ट्रॉन बच गए। 32 दे विचों 32 दे विचों
जे 8 ਆਪਾਂ ਇਹ ਵਾਲੇ ਮਾਈਨਸ ਕਰ ਦਵਾਂਗੇ ਤਾਂ ਆਪਾਂ ਹੁਣ 24 ਇਲੈਕਟ੍ਰॉन्स ਨੂੰ ਹੀ ਇਹਨਾਂ ਚਾਰਾਂ ਦੇ ਵਿੱਚ ਡਿਸਟ੍ਰੀਬਿਊਟ ਕਰਨਾ। ठीक है, सो ਆਪਾਂ देखते हैं 2 2 4 4 ਤੇ 4 8 8 ਤੇ 4 12 12 ਤੇ 4 16 ਹਜੇ ਕਿੰਨੇ ਬਚ ਗਏ ਆਪਾਂ ਜਿਹੜੇ ਕਰਨੇ ਆ 8 ਹੋਰ ਬਚ ਗਏ ਤਾਂ ਚਾਰਾਂ ਨੂੰ ਜੇ 2 2 ਦੇ ਦਈਏ ਤਾਂ ਆਪਣੇ ਕੋਲੇ ਇਹ ਸਾਰੇ 32 ਦੇ 32 ਇਲੈਕਟ੍ਰॉन्स ਪੂਰੇ ਇਸਤੇਮਾਲ ਹੋ ਗਏ। ਨਾਓ ਲੈਟ ਅਸ ਸੀ ਕਿ ਕੀ ਸਾਰਿਆਂ ਦਾ ਆਕਟੇਟ ਪੂਰਾ ਹੋ ਰਿਹਾ ਹੈ। सब तो पहला कार्बन की गल करते हैं। कार्बन के कोले 1 2 3 4 बॉन्ड पेयर यानी कि 8 इलेक्ट्रॉन हो गए, कार्बन का तो ऑक्टेट पूरा हो गया। क्लोरीन की गल करो, इस वेले क्लोरीन की 6 इलेक्ट्रॉन लोन पेयर दे विच है ते 2 इलेक्ट्रॉन आ पे है, सो क्लोरीन का भी ऑक्टेट जिहड़ा है सारियां क्लोरीन्स का पूरा हो गया। सो आपां इहनूं आपां कह सकते हैं कि असीं लुईस सिंबल CCl4 का लिख दिता। ठीक है, स्टैप आपां इसे तरीके दे नाल ही फॉलो करने हैं। फर्स्ट स्टैप है कि पहला आपां वैलेंस इलेक्ट्रॉन्स की गिनती करनी है। इन्हां कुल इलेक्ट्रॉन्स नूं आपां कॉन्स्टिट्यूएंट एटम्स दे विच इस तरीके नाल वंडना है कि इन्हां सारियां दे ऑक्टेट पूरे हो जाण। सो एक बारी आपां रूल्स फिर दोबारा तो रिवाइज करिए। पहला रूल की है अपना, ਜਦੋਂ ਆਪਾਂ ਲुईस स्ट्रक्चर लिखने हैं ना तो सब तो पहला असी वैलेंस इलेक्ट्रॉन्स गिनने। सो काउंट ऑल वैलेंस इलेक्ट्रॉन्स। इत्थे तो मैं समझाया बेटा कि कटायन वास्ते की होएगा, जिन्ना चार्ज है, जिन्ना पॉजिटिव चार्ज है ओनू आपां सबट्रैक्ट करांगे फ्रॉम वैलेंस इलेक्ट्रॉन्स। सबट्रैक्ट फ्रॉम वैलेंस इलेक्ट्रॉन्स। जिवें आपां अमोनीयम दे विच गल कीती है कि नाइट्रोजन कोले 5 ते हाइड्रोजन कोले 1 4 है तो टोटल 9 बन गए। 9 दे विचों दी आपां 1 इलेक्ट्रॉन माइनस करांगे, चार्ज दे बराबर दा इलेक्ट्रॉन आपां माइनस करांगे तो अपने कोले 8 इलेक्ट्रॉन्स आ गए। अनायन दे केस दे विच आपां जिन्ना चार्ज है वो आपां वैलेंस इलेक्ट्रॉन्स दे विच ऐड कर देना है, जिन्ना भी नेगेटिव चार्ज है। ओके, सेकंड स्टेप की है बेटा, सेकंड स्टेप है असी सेंट्रल एटम नू सिलेक्ट करना है, चूज करना है कि केड़ा सेंट्रल एटम होएगा। इहदे लई आपां दो चीज़ां कीतियां कि जेड़ा एटम सब तो घट गिनती दे विच है ओनू आपां सेंट्रल एटम लेना है, या जेड़े एटम दी इलेक्ट्रोनेगेटिविटी सब तो घट है, लीस्ट इलेक्ट्रोनेगेटिव नू आपां लेना है सेंट्रल एटम। तीसरी चीज आपां की कही है, तीसरा रूल आपां ये किया है कि जदों आपां सेंट्रल एटम सिलेक्ट कर लिया ते आपां इनदे आले दुआले सारे जेड़े एटम्स है, सेंट्रल एटम मैं सपोज X सिलेक्ट कर लिया, जिन्ने भी Y है Z है आपां इनदे आले दुआले लिख देने हैं ते इन्हां सारियां नूं आपां सिंगल बॉन्ड्स दे नाल कनेक्ट कर देना। ठीक है, हुण जिन्ने सिंगल बॉन्ड बन गए मतलब इन्ने डबल इस तो इन्ने इलेक्ट्रॉन्स जिहड़े आ बॉन्ड पेयर दी शक्ल दे विच मौजूद है। सो वैलेंस इलेक्ट्रॉनां दे विचों दी इन्हां दी गिनती घटा के जिन्ने बच गए ना उन्हां सारियां नूं आपां एज लोन पेयर्स इत्थे दे देना। ठीक है, जिन्ने बच गए उन्हां नूं इन्हां सारियां दे विच डिस्ट्रीब्यूट कर दो। हुण जदों डिस्ट्रीब्यूट करना है ना तां लोन पेयर नूं आपां किते किते मल्टीपल बॉन्ड की शक्ल च भी कन्वर्ट कर देंगे। ठीक है, ये चीज तुसी याद रखनी है कि आपां जिहड़ी आ बाकी बचे हुए इलेक्ट्रॉन्स की डिस्ट्रीब्यूशन है इस तरीके नाल करनी है कि हर एक दा ऑक्टेट पूरा हो जाए। सो इस चीज नूं आपां भुलना नहीं है। लेट अस प्रैक्टिस फ्यू मोर एग्जांपल्स। सो आपां एग्जांपल कंसीडर करते हैं ऑक्सीजन मॉलिक्यूल दी। सो ऑक्सीजन मॉलिक्यूल दे विच 6 आपां नूं पता है कि वैलेंस इलेक्ट्रॉन हुंदे हैं। दूसरे ऑक्सीजन एटम कोले भी 6 इलेक्ट्रॉन्स हुंदे हैं वैलेंस इलेक्ट्रॉन। तुहानूं रूल की समझाया सी कि आपां सब तो पहला एटम्स दे विचकार एक सिंगल बॉन्ड बना देना। हुण अपने कोले टोटल किन्ने इलेक्ट्रॉन होए 6 + 6 टोटल वैलेंस इलेक्ट्रॉन 12 है। तो 2 इलेक्ट्रॉन्स इस सिंगल लाइन दे विच, सिंगल बॉन्ड का मतलब है 2 इलेक्ट्रॉन,
तो 12 ਦੇ ਵਿੱਚੋਂ 2 ਤਾਂ ਅਸੀਂ ਐਡਜਸਟ ਕਰਤੇ है ना, बाकी किन्ने बच गए 10 इलेक्ट्रॉन। 10 इलेक्ट्रॉन्स ਨੂੰ ਜੇ ਆਪਾਂ ਇਹਨਾਂ ਦੋਨਾਂ ਐਟਮਸ ਚ ਐਜ਼ ਲੋਨ ਪੇਅਰ ਵੰਡ ਦਿੰਨੇ ਆ 1 2 3 4 1 2 3 4 5 6 6 ਇਹਨੂੰ ਦੇਤੇ 4 ਇਹਨੂੰ ਦੇਤੇ। ਨਾਓ कैलकुलेट करके देखो भी इस ऑक्सीजन का ऑक्टेट पूरा हो रहे है 2 4 6 ते 2 8 इसका ता ऑक्टेट हो गया पूरा। इस ऑक्सीजन नु देखो 2 4 ते 6 की इस ऑक्सीजन का ऑक्टेट पूरा होया नो। इनका की मतलब होया कि आपां हुन एक लोन पेयर नु ਇੱਥੇ ਰੱਖ ਕੇ ਦੇਖਦੇ ਹਾਂ ਐਜ਼ ਅ ਬੌਂਡ। ਆਪਾਂ ਲੋਨ ਪੇਅਰ ਨੂੰ ਮਲਟੀਪਲ ਬੌਂਡ ਦੀ ਸ਼ਕਲ ਚ ਆਪਾਂ ਕੀ ਕੀਤਾ, ਸਭ ਤੋਂ ਪਹਿਲਾਂ ਸਿੰਗਲ ਬੌਂਡ ਦੇ ਨਾਲ ਦੋਨਾਂ ਨੂੰ ਕੰਬਾਈਨ ਕਰਤਾ। 10 ਇਲੈਕਟ੍ਰॉन्स ਨੂੰ ਡਿਸਟ੍ਰੀਬਿਊਟ ਕਰਨਾ ਸੀ, ਆਪਾਂ ਇੱਥੇ 4 ਇੱਥੇ 4 ਤੇ ਜਿਹੜਾ ਇੱਥੇ ਪੰਜਵਾਂ ਛੇਵਾਂ ਇਲੈਕਟ੍ਰॉन ਸੀ ਨਾ ਉਹਨੂੰ ਹੁਣ ਮੈਂ ਇੱਥੇ ਐਜ਼ ਬੌਂਡ ਬਣਾਤਾ। ਤਾਂ ਲੈਟ ਅਸ ਸੀ ਕਿ ਆਪਣੇ ਕੋਲੇ ਇਸ ਆਕਸੀਜਨ ਦਾ ਆਕਟੇਟ ਪੂਰਾ ਹੁੰਦਾ ਹੈ 2 इलेक्ट्रॉन 4 इलेक्ट्रॉन 6 ते 8 इनका ऑक्टेट हो गया पूरा। व्हाट अबाउट दिस ऑक्सीजन 2 4 6 8 इनका भी ऑक्टेट पूरा हो गया। सो दिस इज द प्रॉपर लुईस स्ट्रक्चर फॉर O2 मॉलिक्यूल। नेक्स्ट एग्जांपल आपां लैने हैं ओजोन मॉलिक्यूल दी। ओजोन मॉलिक्यूल मतलब O3। सो सब तो पहला स्टेप हुंदा है कैलकुलेट टोटल नंबर ऑफ वैलेंस इलेक्ट्रॉन्स। किन्ने वैलेंस इलेक्ट्रॉन एक ऑक्सीजन एटम च हुंदे हैं, वेरी गुड 6। तो 6 into 3 इट बिकम्स टोटल 18 इलेक्ट्रॉन्स। आपां 18 इलेक्ट्रॉन्स नू 3 ऑक्सीजन एटम्स दे विच डिवाइड करना है। इस तरीके नाल डिवाइड करना है कि हर ऑक्सीजन एटम दा ऑक्टेट पूरा हो जाए। तां पहली चीज तुहानूं मैं की दसी है ਆਪਾਂ ਇਹਨਾਂ ਨੂੰ ਸਿੰਗਲ ਬੌਂਡਸ ਦੇ ਨਾਲ ਕਨੈਕਟ ਕਰ ਦੇਣਾ। ਮਤਲਬ ਕਿ ਇੱਥੇ ਬੌਂਡ ਪੇਅਰ ਇੱਥੇ ਬੌਂਡ ਪੇਅਰ। ਸੋ 18 ਦੇ ਵਿੱਚੋਂ 4 ਇਲੈਕਟ੍ਰॉन्स ਤਾਂ ਇੱਥੇ ਇਸਤੇਮਾਲ ਹੋ ਗਏ, 18 ਦੇ ਵਿੱਚੋਂ 4 ਇਸਤੇਮਾਲ ਹੋ ਗਏ ਤਾਂ ਆਪਣੇ ਕੋਲੇ 14 ਇਲੈਕਟ੍ਰॉन्स ਬਚ ਗਏ। ਹੁਣ ਉਹਨਾਂ 14 ਇਲੈਕਟ੍ਰॉन्स ਨੂੰ ਇਹਨਾਂ ਤਿੰਨਾਂ ਦੇ ਉੱਤੇ ਐਜ਼ ਲੋਨ ਪੇਅਰਸ ਐਡਜਸਟ ਕਰਾਂਗੇ। ਹੁਣ ਇਹਨਾਂ 14 ਨੂੰ ਆਪਾਂ 4-4 करके जे तीनों ऑक्सीजन्स दे उत्ते लोन पेयर रखते हैं तो इत्थे 12 इलेक्ट्रॉन हो गए, आपां 14 फिट करने हैं तो किसी एक दे उत्ते आपां 6 लगा देते। ठीक है, हुण जदों आपां 6 लगाए लोन पेयर सारे फिल करते बॉन्ड पेयर्स हो गए। लेट अस सी कि सारियां दा ऑक्टेट पूरा हो रहे हैं। हुण इस ऑक्सीजन नूं देखो 2 4 6 8 इनदा ऑक्टेट पूरा हो गया। ਇੱਥੇ देखो 2 4 6 8 इनका भी ऑक्टेट पूरा हो गया। व्हाट अबाउट दिस 2 4 6 इनका ऑक्टेट पूरा नहीं होया। सो व्हाट शुड बी डन, एक लोन पेयर नू इत्थों दी चक के जे इत्थे लिया दिता जावे एज मल्टीपल बॉन्ड तां की बन जाएगा, काउंटिंग की हो जाएगी 2 4 6 18 ਦੇ ਵਿੱਚੋਂ 6 ਤਾਂ ਬੌਂਡ ਪੇਅਰ ਦੇ ਵਿੱਚ ਇਸਤੇਮਾਲ ਹੋ ਗਏ ਇਲੈਕਟ੍ਰॉन, ਬਾਕੀ ਕਿੰਨੇ ਬਚੇ 12। ਹੁਣ 12 ਇਲੈਕਟ੍ਰॉन्स ਨੂੰ ਆਪਾਂ ਐਜ਼ ਲੋਨ ਪੇਅਰ ਫਿਟ ਕਰਨਾ ਹੈ। ਸੋ व्हाट वी कैन डू इज इस तरीके ਦੇ ਨਾਲ ਇੱਥੇ ਡਬਲ ਬੌਂਡ ਆ 6 ਹੋ ਗਏ, 18 ਦੇ ਵਿੱਚੋਂ ਦੀ 6 ਗਏ, ਆਪਾਂ 12 ਇਲੈਕਟ੍ਰॉन्स ਨੂੰ ਐਡਜਸਟ ਕਰਨਾ ਹੈ ਐਜ਼ ਲੋਨ ਪੇਅਰ। ਤਾਂ ਮੈਂ 4 4 ਸਾਰੇ ਕਿਤੇ ਲਗਾ ਦਵਾਂ like this. So do you think this is justified? ਇੱਥੇ 8 ਹੋ ਗਏ ਪੂਰੇ, ਇੱਥੇ ਵੀ ਇੱਥੇ 8 ਨਾਲੋਂ ਜ਼ਿਆਦਾ ਹੋ ਗਏ ਹੈ ਨਾ। So what we should do, ਜਿੱਥੇ ਵੀ 8 ਨਾਲੋਂ ਜ਼ਿਆਦਾ ਤੁਹਾਨੂੰ ਲੱਗ ਰਿਹਾ ਹੈ 2 4 6 8 10 ਆਪਾਂ ਇੱਥੋਂ ਦੀ ਇੱਕ ਲੋਨ ਪੇਅਰ ਜਿਹੜਾ ਹੈ ਉਹ ਇੱਥੇ ਸ਼ਿਫਟ ਕਰ ਦਈਏ ਤਾਂ ਆਪਣੇ ਕੋਲੇ ਕਾਊਂਟ ਕਰੋ ਇਹਦਾ ਵੀ ऑक्टेट पूरा, इंदा भी ऑक्टेट पूरा और इंदा भी ऑक्टेट पूरा हो जाएगा। सो इस तरीके दे नाल आपां लुईस स्ट्रक्चर्स ड्रॉ करने हैं। नेक्स्ट आपां एग्जांपल लेने हैं कार्बन मोनोऑक्साइड दी। पहला स्टेप है टोटल नंबर ऑफ वैलेंस इलेक्ट्रॉन। कार्बन कोले हुंदे है 4, ऑक्सीजन कोले हुंदे है 6।
सो इट बिकम्स टोटल 10 इलेक्ट्रॉन्स। तो पहला आपां C और O दे विच सिंगल बॉन्ड बना दांगे, 10 दे विचों 2 इलेक्ट्रॉन्स दा इत्थे एडजस्ट हो गए, बाकी बचे 8। व्हाट शुड वी डू? 8 ਨੂੰ ਆਪਾਂ ਇੱਥੇ ਵੀ 4 ਦੇ ਦਿੱਤੇ ਤੇ ਇੱਥੇ ਵੀ 4 ਦੇ ਦਿੱਤੇ। ਆਪਾਂ ਇਦਾਂ ਹੀ ਕਰਦੇ ਹਾਂ ਨਾ, ਰਿਮੇਨਿੰਗ ਇਲੈਕਟ੍ਰॉन्स ਨੂੰ ਬਰਾਬਰ ਬਰਾਬਰ ਡਿਵਾਈਡ ਕਰ ਦਿੰਨੇ ਆ ਨਾ। ਸੀ ਕਿ ਕਾਰਬਨ ਕੋਲੇ ऑक्टेट ਤਾਂ ਪੂਰਾ ਨਹੀਂ ਹੋਇਆ, 2 4 6 और इस ऑक्सीजन ਕੋਲੇ ਵੀ 2 4 6। सो दिस स्ट्रक्चर इज नॉट कंप्लीट, ਇੱਥੇ ऑक्टेट नहीं पूरा हो रहा। व्हाट वी डू, आ वाला ਇੱਥੋਂ ਦੀ ਲੋਨ ਪੇਅਰ ਚੱਕ ਕੇ ਇੱਥੇ ਬੌਂਡ ਬਣਾਤਾ, ठीक। ਤਾਂ ਹੁਣ ਦੇਖੋ ਹੁਣ ਕੋਈ ਫਰਕ ਪੈ ਰਿਹਾ? ਕਾਰਬਨ ਕੋਲੇ ਕਿੰਨੇ ਹੋ ਗਏ? 2 4 6 8, ਆਕਸੀਜਨ ਕੋਲੇ 2 4 6, ਇਹ ਤਾਂ ਹਜੇ ਵੀ ਘੱਟ ਹੈ ਆਕਸੀਜਨ ਕੋਲੇ। Now if we remove this from carbon and make another bond, triple bond बनाता, now count, कार्बन कोले किन्ने 2 4 6 ते 2 8, ऑक्सीजन कोले भी 2 4 6 ते 8। in this way ਆਪਾਂ ਜਿਹੜਾ फाइनल स्ट्रक्चर बनावांगे ਉਹ ਇਸ ਤਰੀਕੇ ਨਾਲ ਬਣੇਗਾ कार्बन मोनोऑक्साइड ਦਾ। नेक्स्ट एग्जाम्पल है HNO3 ਦੀ। ਹੁਣ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਵੈਲੈਂਸ ਇਲੈਕਟ੍ਰॉन्स ਕੈਲਕੂਲੇਟ ਕਰੀਏ। ਹਾਈਡਰੋਜਨ ਚ ਇੱਕ ਵੈਲੈਂਸ ਇਲੈਕਟ੍ਰॉन ਹੈ, ਨਾਈਟ੍ਰੋਜਨ ਚ 5 ਹੈ, ਆਕਸੀਜਨ ਚ 6 ਹੁੰਦੇ ਆ, 6 ਤੀਏ 18 ਬਣ ਗਏ। ਸੋ ਆਪਣੇ ਕੋਲੇ ਟੋਟਲ ਆ ਗਏ 24 ਇਲੈਕਟ੍ਰॉन्स। ਹੁਣ ਇਹਨਾਂ ਦੇ ਵਿੱਚੋਂ ਆਪਾਂ ਕਿਹਨੂੰ ਸਿਲੈਕਟ ਕਰਾਂਗੇ? ਸੈਂਟਰਲ ਐਟਮ, ਯੈਸ ਵੈਰੀ ਗੁੱਡ, ਨਾਈਟ੍ਰੋਜਨ ਨੂੰ। ਸੋ ਨਾਈਟ੍ਰੋਜਨ ਨੂੰ ਆਪਾਂ ਸੈਂਟਰਲ ਐਟਮ ਸਿਲੈਕਟ ਕੀਤਾ ਤੇ ਆਕਸੀਜਨ ਜਿਹੜੀ ਹੈ ਇਹਦੇ ਆਲੇ ਦੁਆਲੇ ਲਗਾਤੀ। ਹਾਈਡਰੋਜਨ ਨੂੰ ਹਮੇਸ਼ਾ ਪੈਰੀਫਰੀ ਪੋਜੀਸ਼ਨ ਦੇਣੀ ਹੈ, ਆਪਾਂ ਕਾਰਨਰ ਪੋਜੀਸ਼ਨ ਦੇਣੀ ਹੈ। ਨੈਕਸਟ ਸਟੈਪ ਇਜ਼ ਕਿ ਇਹਨਾਂ ਸਾਰਿਆਂ ਨੂੰ ਆਪਾਂ ਸਿੰਗਲ ਬੌਂਡਸ ਦੇ ਨਾਲ ਜੋੜ ਦਿੱਤਾ। ਸੋ 24 ਦੇ ਵਿੱਚੋਂ 2 4 6 8, 24 ਦੇ ਵਿੱਚੋਂ 8 ਇਲੈਕਟ੍ਰॉन ਤਾਂ ਯੂਜ਼ ਹੋ ਗਏ, ਤਾਂ ਆਪਣੇ ਕੋਲੇ ਕਿੰਨੇ ਬਚ ਗਏ? 16 ਇਲੈਕਟ੍ਰॉन्स ਬਚ ਗਏ। ਇਹਨਾਂ ਨੂੰ ਆਪਾਂ ਕੀ ਕਰਨਾ ਹੈ? ਐਜ਼ ਲੋਨ ਪੇਅਰ ਸਾਰਿਆਂ ਦੇ ਉੱਤੇ ਫਿਟ ਕਰਨਾ। ਹਾਈਡਰੋਜਨ ਦੇ ਉੱਤੇ ਆਪਾਂ ਨਹੀਂ ਲਗਾਉਂਦੇ ਹੁੰਦੇ ਕਿਉਂਕਿ ਇਹਦਾ ਤਾਂ ਡੁਪਲੇਟ ਦੇ ਨਾਲ ਹੀ ਸਰ ਗਿਆ, ਠੀਕ ਹੈ। ਸੋ 16 ਇਲੈਕਟ੍ਰॉन्स ਨੂੰ ਆਪਾਂ ਇਸ ਤਰੀਕੇ ਦੇ ਨਾਲ ਇੱਥੇ ਫਿਟ ਕਰ ਦਿੱਤਾ। ਕਿੰਨੇ ਬਣੇ ਇਹ? 4 ਤੀਏ 12 ਇੱਥੇ ਮੈਂ ਡਰਾ ਕਰਤੇ। ਮੈਂ ਕਿੰਨੇ ਫਿਟ ਕਰਨੇ ਆ? 16। ਜੇ ਮੈਂ 16 ਫਿਟ ਕਰਨੇ ਆ, 12 ਇੱਥੇ ਹੋ ਗਏ, ਵਟ ਆਈ ਡੂ? 2 ਇੱਥੇ ਕਰ ਦਿੱਤੇ, 2 ਇੱਥੇ ਕਰ ਦਿੱਤੇ ਸਪੋਜ਼, ਠੀਕ। ਸੋ 16 ਇਲੈਕਟ੍ਰॉन ਫਿਟ ਹੋ ਗਏ। ਆਪਾਂ ਦੇਖੀਏ ਹੁਣ ਕੀ ਸਾਰਿਆਂ ਦਾ ਆਕਟੇਟ ਪੂਰਾ ਹੋ ਗਿਆ। ਇਸ ਆਕਸੀਜਨ ਦੀ ਗੱਲ ਕਰੋ, 2 4 6 8, ਇਹਦਾ ਪੂਰਾ ਹੋ ਗਿਆ। ਇਸ ਦੀ ਗੱਲ ਕਰੋ, 2 4 6 8, ਇਹਦਾ ਵੀ ਪੂਰਾ ਹੋ ਗਿਆ। ਨਾਈਟ੍ਰੋਜਨ ਦੀ ਗੱਲ ਕਰੋ, 2 4 6 8, ਨਾਈਟ੍ਰੋਜਨ ਦਾ ਵੀ ਪੂਰਾ ਹੋ ਗਿਆ। ਸੋ ਇਸ ਆਕਸੀਜਨ ਤੇ ਜਾ ਕੇ 2 4 6, ਇੱਥੇ ਕੁਐਸਚਨ ਮਾਰਕ ਆ ਗਿਆ। ਨਾਓ ਵਾਟ ਟੂ ਡੂ? ਜੇ ਬੇਟਾ ਆਪਾਂ ਇਸ ਇਲੈਕਟ੍ਰॉन ਪੇਅਰ ਨੂੰ ਹਟਾ ਕੇ ਇੱਥੇ ਆਪਾਂ ਬੌਂਡ ਬਣਾ ਦਈਏ, ਤਾਂ ਹੁਣ ਕੈਲਕੂਲੇਟ ਕਰਕੇ ਦੇਖੀਏ ਤਾਂ ਇਸ ਆਕਸੀਜਨ ਦਾ 2 4 6 ਤੇ 8 ਔਰ ਨਾਈਟ੍ਰੋਜਨ ਦਾ ਦੇਖੋ 2 4 6 8। ਸੋ ਬਾਕੀ ਸਾਰਿਆਂ ਦਾ ਤਾਂ ਆਪਣੇ ਕੋਲੇ ਆਕਟੇਟ ਪੂਰਾ ਚੱਲ ਹੀ ਰਿਹਾ ਸੀ, ਹਾਈਡਰੋਜਨ ਦਾ ਡੁਪਲੇਟ ਕੰਪਲੀਟ ਸੀ। ਸੋ ਆਪਣੇ ਕੋਲੇ ਸਟਰਕਚਰ ਕੀ ਬਣ ਗਿਆ? HNO3 ਦਾ O ਦੇ ਨਾਲ ਡਬਲ ਬੌਂਡ N ਦਾ, ਠੀਕ। ਦਿਸ ਇਜ਼ ਦ ਲੂਇਸ ਸਟਰਕਚਰ ਫॉर HNO3, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਜੇ ਰੂਲ ਫੋਲੋ ਕਰਦੇ ਨਾ ਸਟੈਪ ਬਾय ਸਟੈਪ, ਟੋਟਲ ਨੰਬਰ ਆਫ ਵੈਲੈਂਸ ਇਲੈਕਟ੍ਰॉन ਦੇਖ ਕੇ ਫਿਰ ਸੈਂਟਰਲ ਐਟਮ ਸਿਲੈਕਟ ਕਰਕੇ ਆਪਾਂ ਸਾਰਿਆਂ ਨੂੰ ਸਿੰਗਲ ਬੌਂਡ ਜੋੜ ਕੇ ਜਿੰਨੇ ਇਲੈਕਟ੍ਰॉन ਵੈਲੈਂਸ ਦੇ ਵਿੱਚੋਂ ਬੌਂਡ ਪੇਅਰ ਚ ਇਸਤੇਮਾਲ ਹੋ ਗਏ ਉਹ ਮਾਈਨਸ ਕਰਕੇ ਜਿਹੜੇ ਬਾਕੀ ਦੇ ਆ ਨਾ ਉਹ ਇੱਕ ਵਾਰੀ ਸਾਰੇ ਦੇ ਸਾਰੇ ਲੋਨ ਪੇਅਰ ਸ਼ਕਲ ਚ ਪਾ ਦਿਓ। ਤੇ ਇਸ ਤਰੀਕੇ ਨਾਲ ਦੇਖੋ ਵੀ ਕੀ ਸਾਰਿਆਂ ਦੇ ਆਕਟੇਟ ਪੂਰੇ ਹੋ ਰਹੇ ਆ। ਜੇ ਆਕਟੇਟ ਪੂਰਾ ਨਹੀਂ ਹੋ ਰਿਹਾ ਤਾਂ ਕਿਤੋਂ ਦੀ ਵੀ ਲੋਨ ਪੇਅਰ ਨੂੰ ਚੱਕ ਕੇ ਉਸ ਥਾਂ ਤੇ ਮਲਟੀਪਲ ਬੌਂਡ ਦੀ ਸ਼ਕਲ ਦੇ ਦਿਓ ਜਿੱਥੇ ਆਕਟੇਟ ਪੂਰਾ ਨਹੀਂ ਹੋ ਰਿਹਾ। ਸੋ ਇਸ ਤਰੀਕੇ ਦੇ ਨਾਲ ਬੇਟਾ ਆਈ ਹੋਪ ਕਿ ਤੁਸੀਂ ਹੁਣ ਸਾਰੇ ਲੂਇਸ ਸਿੰਬਲਸ ਲਿਖ ਸਕੋਗੇ ਅੱਛੇ ਤਰੀਕੇ ਦੇ ਨਾਲ।
ਜੇ ਆਪਾਂ ਨੂੰ ਲੂਇਸ ਸਟਰਕਚਰ ਲਿਖਣੇ ਆ ਗਏ ਤਾਂ ਆਪਾਂ ਕਿਸੇ ਵੀ ਲੂਇਸ ਸਟਰਕਚਰ ਦੇ ਵਿੱਚ ਜਿਹੜਾ ਫਾਰਮਲ ਚਾਰਜ ਹੈ ਨਾ ਉਹਨੂੰ ਕੈਲਕੂਲੇਟ ਕਰ ਸਕਦੇ ਹਾਂ। ਫਾਰਮਲ ਚਾਰਜ ਕੀ ਹੁੰਦਾ ਹੈ? ਫਾਰਮਲ ਚਾਰਜ ਰੀਅਲ ਚਾਰਜ ਨਹੀਂ ਹੁੰਦਾ। ਫਾਰਮਲ ਚਾਰਜ ਹੁੰਦਾ ਹੈ difference between number of valence electrons in an atom in its free state minus number of electrons assigned to that in the Lewis structure। ਕੀ मतलब है? मतलब ਇਹ ਹੈ ਕਿ ਕਿਸੇ ਐਟਮ ਦੇ ਜਿੰਨੇ ਵੈਲੈਂਸ ਇਲੈਕਟ੍ਰੋਨ ਨਾਰਮਲੀ ਉਹਦੀ ਗਰਾਊਂਡ ਸਟੇਟ 'ਚ ਹੁੰਦੇ ਹੈ ਉਹਦਾ ਤੇ ਜਿੰਨੇ ਇਲੈਕਟ੍ਰੋਨ ਉਸ ਐਟਮ ਨੂੰ ਲੂਇਸ ਸਟਰਕਚਰ 'ਚ ਅਸਾਈਨ ਹੋਏ ਹੈ ਉਹਨਾਂ ਦੋਨਾਂ 'ਚ ਕਿੰਨਾ ਕੁ ਫਰਕ ਹੈ ਉਹਨੂੰ ਆਪਾਂ ਕਹਿੰਦੇ ਆ ਫਾਰਮਲ ਚਾਰਜ। ਸੋ ਫਾਰਮਲ ਚਾਰਜ ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈ? ਜਿੰਨੇ ਵੈਲੈਂਸ ਇਲੈਕਟ੍ਰੋਨ ਹੈ ਉਹਦੇ ਵਿੱਚੋਂ ਲੋਨ ਪੇਅਰ ਦੀ ਸ਼ਕਲ 'ਚ ਜਿੰਨੇ ਮੌਜੂਦ ਇਲੈਕਟ੍ਰੋਨਸ ਹੈ ਉਹਨਾਂ ਨੂੰ ਮਾਈਨਸ ਕਰ ਦੋ ਤੇ ਜਿੰਨੇ ਬੌਂਡ ਪੇਅਰ ਦੀ ਸ਼ਕਲ 'ਚ ਮੌਜੂਦ ਇਲੈਕਟ੍ਰੋਨਸ ਹੈ ਉਹਨਾਂ ਦੇ ਹਾਫ ਨੂੰ ਮਾਈਨਸ ਕਰ ਦੋ ਤਾਂ ਆਪਣੇ ਕੋਲੇ ਆ ਜਾਏਗਾ ਫਾਰਮਲ ਚਾਰਜ। ਦੇਖੋ ਜਿਸ ਤਰ੍ਹਾਂ ਆਪਾਂ ਓਜ਼ੋਨ ਮੋਲੀਕਿਊਲ ਦੇ ਵਿੱਚ ਲੂਇਸ ਡਾਟ ਸਟਰਕਚਰ ਬਣਾ ਕੇ ਦੇਖਿਆ ਤਾਂ ਆਪਣੇ ਕੋਲੇ ਕੁਝ ਇਸ ਤਰੀਕੇ ਦਾ ਲੂਇਸ ਡਾਟ ਸਟਰਕਚਰ ਆ ਜਾਂਦਾ ਹੈ। ਆਪਾਂ ਤਿੰਨ ਆਕਸੀਜਨ ਐਟਮਸ ਨੂੰ 1 2 3 ਕਰਕੇ ਨਾਮ ਦੇ ਦਿੱਤਾ। ਹੁਣ ਆਪਾਂ ਸਟਰਕਚਰ ਦੇ ਵਿੱਚੋਂ ਦੀ ਆਕਸੀਜਨ ਨੰਬਰ 1 ਦੇ ਉੱਤੇ ਫਾਰਮਲ ਚਾਰਜ ਕੈਲਕੂਲੇਟ ਕਰਕੇ ਦੇਖੀਏ ਜ਼ਰਾ ਕੀ ਬਣਦਾ ਹੈ। ਵੈਲੈਂਸ ਇਲੈਕਟ੍ਰੋਨ ਆਪਾਂ ਨੂੰ ਪਤਾ ਹੈ ਕਿ ਆਕਸੀਜਨ ਕੋਲੇ 6 ਹੁੰਦੇ ਆ। 6 ਦੇ ਵਿੱਚੋਂ ਆਪਾਂ ਲੋਨ ਪੇਅਰ ਦੀ ਸ਼ਕਲ 'ਚ ਇਸ ਆਕਸੀਜਨ ਕੋਲੇ ਕਿੰਨੇ ਇਲੈਕਟ੍ਰੋਨਸ ਮੌਜੂਦ ਹੈ? 2 ਇਲੈਕਟ੍ਰੋਨ ਲੋਨ ਪੇਅਰ ਦੀ ਸ਼ਕਲ 'ਚ ਮੌਜੂਦ ਹੈ -2। ਬੌਂਡ ਪੇਅਰ ਦੀ ਸ਼ਕਲ 'ਚ 1 2 3 ਬੌਂਡ ਹੈ 6 ਇਲੈਕਟ੍ਰੋਨ ਮੌਜੂਦ ਹੈ -half of 6 6 -2 -3 ਤਾਂ ਆਪਣੇ ਕੋਲੇ ਕਿੰਨਾ ਆ ਜਾਂਦਾ ਹੈ +1। ਇਸ ਆਕਸੀਜਨ ਦੇ ਕੋਲੇ ਜਿਹੜਾ ਫਾਰਮਲ ਚਾਰਜ ਹੈ that is +1। ਔਰ ਜੇ ਆਪਾਂ ਆਕਸੀਜਨ ਨੰਬਰ 2 ਦੀ ਗੱਲ ਕਰੀਏ ਤਾਂ ਇਹਦੇ ਕੋਲੇ ਫਾਰਮਲ ਚਾਰਜ ਕਿੰਨਾ ਹੋਏਗਾ? ਨੰਬਰ ਆਫ ਵੈਲੈਂਸ ਇਲੈਕਟ੍ਰੋਨ 6 ਹੁੰਦੇ ਹੈ ਮਾਈਨਸ ਨੰਬਰ ਆਫ ਇਲੈਕਟ੍ਰੋਨਸ ਪ੍ਰੈਜ਼ੈਂਟ ਇਨ ਲੋਨ ਪੇਅਰ ਕਿੰਨੇ ਹੈ 1 2 3 4 4 ਮਾਈਨਸ ਕਰਤਾ ਆਪਾਂ ਇੱਥੋਂ ਦੀ ਤੇ ਬੌਂਡ ਪੇਅਰ ਦੀ ਸ਼ਕਲ 'ਚ ਕਿੰਨੇ ਇਲੈਕਟ੍ਰੋਨਸ ਮੌਜੂਦ ਹੈ ਇਸ ਆਕਸੀਜਨ ਕੋਲੇ 1 2 3 4 ਹਾਫ ਆਫ ਦਿਸ 4 6 -4 ਹਾਫ ਆਫ 4 ਬਣ ਗਿਆ ਆਪਣੇ ਕੋਲੇ 0 ਆ ਗਿਆ। ਔਰ ਆਕਸੀਜਨ ਨੰਬਰ 3 ਇਹ ਵਾਲੀ ਆਕਸੀਜਨ ਦੇ ਵਿੱਚ ਦੇਖੋ ਕਿੰਨੇ ਲੋਨ ਪੇਅਰਸ ਹੈ ਕਿੰਨੇ ਇਲੈਕਟ੍ਰੋਨ ਲੋਨ ਪੇਅਰ ਦੀ ਸ਼ਕਲ 'ਚ ਮੌਜੂਦ ਹੈ 6 6 -6 -1/2 into 2 2 ਜਿਹੜੇ ਹੈ ਆ ਬੌਂਡ ਪੇਅਰ ਦੀ ਸ਼ਕਲ 'ਚ ਇਲੈਕਟ੍ਰੋਨ ਮੌਜੂਦ ਹੈ ਸੋ ਇੱਥੇ ਚਾਰਜ ਆ ਗਿਆ -1। ਸੋ ਜਿਹੜੀ ਥਰਡ ਆਕਸੀਜਨ ਹੈ ਇਹਦੇ ਉੱਤੇ ਫਾਰਮਲ ਚਾਰਜ -1 ਹੈ ਔਰ ਆਕਸੀਜਨ ਨੰਬਰ 1 ਦੇ ਉੱਤੇ ਫਾਰਮਲ ਚਾਰਜ +1 ਹੈ। ਫਾਰਮਲ ਚਾਰਜ ਦਾ ਸਿਗਨੀਫੀਕੈਂਸ ਆਖਿਰ ਕੀ ਹੈ? ਕੀ ਦੱਸਦਾ ਸਾਨੂੰ ਫਾਰਮਲ ਚਾਰਜ? ਫਾਰਮਲ ਚਾਰਜ ਜਿਹੜਾ ਹੈ ਉਹ ਸਾਨੂੰ ਜਦੋਂ ਕਾਫੀ ਜ਼ਿਆਦਾ ਲੂਇਸ ਸਟਰਕਚਰ ਕਿਸੇ ਮੋਲੀਕਿਊਲ ਦੇ ਬਣ ਜਾਂਦੇ ਹੈ ਤਾਂ ਅਸੀਂ ਇਹ ਦੇਖਣਾ ਹੁੰਦਾ ਹੈ ਵੀ ਇਹਨਾਂ ਸਾਰੇ ਪੋਸੀਬਲ ਸਟਰਕਚਰਸ ਦੇ ਵਿੱਚੋਂ ਕਿਹਨੂੰ ਸਿਲੈਕਟ ਕਰੀਏ ਫਾਈਨਲ ਲੂਇਸ ਸਟਰਕਚਰ ਕਿਹਨੂੰ ਮੰਨੀਏ। ਅਸੀਂ ਉਹਨੂੰ ਮੰਨਦੇ ਹਾਂ ਜਿੰਦੀ ਲੋਐਸਟ એનર્ਜੀ ਹੋਵੇ। ਹੁਣ ਲੋਐਸਟ એનર્ਜੀ ਕਿਹੜੇ ਸਟਰਕਚਰ ਦੀ ਹੋਊਗੀ? ਇਹਦੇ ਲਈ ਬੇਟਾ ਆਪਾਂ ਇਹ ਦੇਖਦੇ ਹਾਂ ਕਿ ਜਿਹੜੇ ਮੋਲੀਕਿਊਲ ਦੇ ਉੱਤੇ ਸਾਰੇ ਐਟਮਸ ਦੇ ਕੋਲੇ ਲੋਐਸਟ ਫਾਰਮਲ ਚਾਰਜ ਹੋਊਗਾ ਉਹਦੀ એનર્ਜੀ ਹੀ ਲੋਐਸਟ ਹੋਏਗੀ। ਸੋ ਆਈ ਹੋਪ ਬੇਟਾ ਕਿ ਅੱਜ ਦੇ ਇਸ ਲੈਕਚਰ ਦੇ ਵਿੱਚ ਤੁਹਾਨੂੰ ਲੂਇਸ ਸਟਰਕਚਰ ਕਿਵੇਂ ਲਿਖਣੇ ਹੈ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਏਗਾ। ਫਾਰਮਲ ਚਾਰਜ ਕਿਵੇਂ ਕੈਲਕੂਲੇਟ ਕਰਨਾ ਹੈ ਕੀ ਫਾਇਦਾ ਹੈ ਉਹਦਾ ਇਹ ਵੀ ਅੱਛੀ ਤਰ੍ਹਾਂ ਪਤਾ ਲੱਗ ਗਿਆ ਹੋਏਗਾ। ਨੋਟਸ ਬੇਟਾ ਡਿਸਕ੍ਰਿਪਸ਼ਨ ਬਾਕਸ ਚੋਂ ਲੈ ਸਕਦੇ ਹੋ ਬਟ ਇਸ ਟੌਪਿਕ ਦੀ ਤੁਸੀਂ ਜਿੰਨੀ ਪ੍ਰੈਕਟਿਸ ਕਰੋਗੇ ਉਨੀ ਹੀ ਤੁਹਾਡੇ ਲਈ ਜ਼ਿਆਦਾ ਅੱਛੀ ਰਹੇਗੀ। I hope you enjoyed. Thank you.